ਸਲਾਮੁਅਲੈਕਮ ਜੀ। ਲੋ ਜੀ, ਬੱਚਿਆਂ ਦੀ ਜਿਹੜੀ ਤਰਬੀਅਤ ਹੈ ਉਹ ਕਦੋਂ ਤੋਂ ਕਰਨੀ ਚਾਹੀਦੀ? ਠੀਕ ਹੈ ਜੀ। ਬੱਚਿਆਂ ਦੀ ਤਰਬੀਅਤ ਕਿੰਨੇ ਚਿਰ ਤੋਂ ਕਰਨੀ ਚਾਹੀਦੀ ਹੈ ਕਿ ਬੱਚੇ ਦੀ ਉਮਰ ਕਿੰਨੀ ਹੋਵੇ ਤੇ ਫਿਰ ਉਹਨੂੰ ਸਮਝਾਉਣਾ ਬੁਝਾਉਣਾ ਪੁੱਛਣਾ ਗਿੱਛਣਾ ਰੋਕਣਾ ਟੋਕਣਾ ਕਦੋਂ ਸ਼ੁਰੂ ਹੁੰਦਾ ਹੈ? ਤੁਹਾਨੂੰ ਇੱਕ ਗੱਲ ਸੁਣਾਉਂਦੇ ਆ, ਅਗਰ ਤੁਹਾਨੂੰ ਸਮਝ ਆ ਜੇ ਤੇ ਮੈਂ ਸਮਝਣਾ ਵੀ ਜ਼ਿੰਦਗੀ ਦੇ ਵਿੱਚ ਇੱਕ ਗੱਲ ਹੀ ਕਾਫੀ ਹੈ। ਅਗਰ ਬੰਦੇ ਦੀ ਸਹੀ ਸਮਝ 'ਚ ਆ ਜੇ ਨਾ ਤੇ ਹਜ਼ਾਰਾਂ ਗੱਲਾਂ ਦੇ ਵਿੱਚ ਗੱਲ ਇੱਕ ਹੀ ਹੁੰਦੀ ਹੈ। ਬਾਕੀ ਸਾਰੀਆਂ ਗੱਲਾਂ ਵੀ ਜ਼ਰੂਰੀ ਨੇ, ਲੇਕਿਨ ਅਸਲ ਗੱਲ ਜਿਹੜੀ ਹੈ ਨਾ ਉਹ ਪੂਰੀ ਫਿਲਮ ਦੇ ਵਿੱਚ ਪੂਰੀ ਸਮਝ ਲਓ ਕਿ ਜ਼ਿੰਦਗੀ ਦੇ ਵਿੱਚ ਤੁਹਾਡੀ ਦੇ ਵਿੱਚ ਇੱਕ ਵਾਕਿਆ ਐਸਾ ਵਾਕਿਆ ਹੁੰਦਾ ਹੈ ਕਿ ਜਿਹਨੂੰ ਲੋਕ ਸਾਰੀ ਜ਼ਿੰਦਗੀ ਯਾਦ ਰੱਖਦੇ ਨੇ। ਔਰ ਇਹ ਵੀ ਇੱਕ ਇਸ ਤਰ੍ਹਾਂ ਹੀ ਹੈ ਕਿ ਬਈ ਤੁਹਾਨੂੰ ਗੱਲ ਦੱਸਣਾ ਹੈ ਕਿ ਬਈ ਇਰਾਕ ਦੇ ਵਿੱਚ ਨਜਮੁਦੀਨ ਅਯੂਬ, ਤੁਸੀਂ ਅਗਰ ਸੁਣਿਆ ਹੋਵੇ, ਨਜਮੁਦੀਨ ਅਯੂਬ ਦੀ ਕਾਫੀ ਉਮਰ ਹੋ ਗਈ, ਕੋਈ 35-40 ਦੇ ਗੇੜ, ਤੇ ਜਿਹੜਾ ਉਹਦਾ ਬੌਸ ਸੀ, ਜਿਹੜਾ ਅਮੀਰ ਸੀ ਉਸ ਵਕਤ ਦਾ ਅਸਮਾਨ, ਉਹਨੇ ਉਹਨੂੰ ਅਕਸਰ ਇਹ ਕਹਿਣਾ ਕਿ ਵੀ ਤੁਸੀਂ ਸ਼ਾਦੀ ਨਹੀਂ ਕਰਦੇ ਤੇ ਉਹ ਕਹਿੰਦਾ ਸੀ ਕਿ ਵੀ ਮੈਨੂੰ ਅੱਜ ਉਸ ਤਰ੍ਹਾਂ ਦੀ ਕੋਈ ਲੜਕੀ ਲੱਭੀ ਨਹੀਂ ਜਿਹਦੇ ਨਾਲ ਮੈਂ ਸ਼ਾਦੀ ਕਰਨਾ। ਉਹ ਕਹਿੰਦਾ ਸੀ ਤੇਰੀ ਕਿਹੜੀ ਖੁਆਇਸ਼ ਹੈ ਵੀ ਇਹ ਮੇਰੀ ਇੰਨੀ ਰਿਆਇਆ ਹੈ, ਇਤਨੇ ਇਲਾਕੇ ਦਾ ਮੈਂ ਬਾਦਸ਼ਾਹ ਹਾਂ ਤੇ ਤੈਨੂੰ ਐਡੀ ਰਿਆਇਆ ਦੇ ਵਿੱਚ ਕੋਈ ਕੁੜੀ ਨਹੀਂ ਇਸ ਤਰ੍ਹਾਂ ਦੀ ਲੱਭਦੀ ਪਈ ਵੀ ਜਿਹੜੀਆਂ ਤੇਰੀਆਂ ਸ਼ਰਤਾਂ ਪੂਰੀਆਂ ਕਰ ਸਕੇ। ਉਹਨੇ ਕਿ ਮੀਰ ਸਾਹਿਬ ਮੇਰੀ ਇੱਕ ਹੀ ਸ਼ਰਤ ਹੈ, ਉਹ ਛੋਟੀ ਜਿਹੀ ਹੈ, ਜੇਕਰ ਉਹ ਪੂਰੀ ਹੋ ਸਕੇ ਤੇ ਮੈਂ ਉਹਦੇ ਨਾਲ ਸ਼ਾਦੀ ਕਰ ਲਾਂ। ਤੇ ਬਾਦਸ਼ਾਹ ਨੇ ਪੁੱਛਿਆ ਵੀ ਉਸਮਾਨ ਨੇ ਕਿ ਵੀ ਤੇਰੀ ਕਿਹੜੀ ਸ਼ਰਤ ਹੈ? ਉਹਨੇ ਕਿਹਾ ਮੇਰੀ ਪਹਿਲੀ ਸ਼ਰਤ ਹੈ ਕਿ ਮੇਰੀ ਇੱਕ ਬੀਵੀ ਹੋਵੇ ਔਰ ਉਹ ਮੈਨੂੰ ਮੇਰਾ ਹੱਥ ਫੜੇ, ਉਹ ਮੈਨੂੰ ਜੰਨਤ ਚ ਲੈ ਜਾਏ। ਉਹਨੇ ਕਿਹਾ ਵਾਹ। ਔਰ ਉਹਨੇ ਕਿਹਾ ਉਹਦੇ ਵਿੱਚੋਂ ਇੱਕ ਔਲਾਦ ਹੋਵੇ ਔਰ ਉਹਨੂੰ ਅਸੀਂ ਸ਼ਾਹ ਸਵਾਰ ਬਣਾਈਏ ਔਰ ਉਹਦੀ ਤਰਬੀਅਤ ਇਸ ਤਰ੍ਹਾਂ ਦਾ ਕਰੀਏ ਕਿ ਵੀ ਮੁਸਲਮਾਨਾਂ ਦਾ ਕਿਬਲਾ ਅਵਲ ਜਿਹੜਾ ਉਹਨੂੰ ਆਜ਼ਾਦ ਕਰਵਾਉਣੇ ਵਾਸਤੇ। ਉਹਨੇ ਕਿਹਾ ਇਹ ਤੇ ਬਹੁਤ ਮੁਸ਼ਕਿਲ ਹੈ, ਯਾਨੀ ਤੇਰੀ ਇਹ ਛੋਟੀ ਜਿਹੀ ਖੁਆਇਸ਼ ਨਹੀਂ, ਇਹ ਤੇ ਬਹੁਤ ਵੱਡੀ ਹੈ, ਲੇਕਿਨ ਅੱਲਾਹ ਤਾਲਾ ਤੇਰੀ ਪੂਰੀ ਕਰੇ। ਤੇ ਬਹਰਹਾਲ ਦੇਖਦੇ ਆ। ਬਹਰਹਾਲ ਵਕਤ ਗੁਜ਼ਰਦਾ ਗਿਆ ਤੇ ਉਹ ਬਾਦਸ਼ਾਹ ਅਸਮਾਨ ਤੇ ਜਿਹੜਾ ਨਾ ਅਯੂਬ ਸਾਹਿਬ, ਇਹ ਅਕਸਰ ਇੱਕ ਅੱਲਾ ਦਾ ਵਲੀ ਸੀ। ਉਹਨਾਂ ਨਾਲ ਇਹਨਾਂ ਬਾਦਸ਼ਾਹਾਂ ਦੇ ਜਿਹੜੇ ਨੇ ਨਾ ਬਜ਼ੁਰਗਾਂ ਨਾਲ ਬੜੀ ਰਗਬਤ ਹੁੰਦੀ ਸੀ ਪਹਿਲੇ ਜਿਹੜੇ, ਔਰ ਬਜ਼ੁਰਗਾਂ ਦੇ ਕਹੇ ਹੋਏ ਔਰ ਬਜ਼ੁਰਗਾਂ ਦੇ ਮਸ਼ਵਰੇ ਔਰ ਬਜ਼ੁਰਗਾਂ ਕੋਲੋਂ ਹੀ ਫਤਵੇ ਲੈਂਦੇ ਸਨ ਕਿ ਜਿਹੜੇ ਦੀਨ ਦੇ ਜਾਂ ਬਾਕੀ ਮਾਮਲਾਤ ਔਰ ਆਪਣੀ ਰਿਆਇਆ ਦੇ ਵਿੱਚ ਇਹ ਸਾਰੇ ਮਾਮਲਾਤ ਜਿਹੜੇ ਨੇ ਉਹਨਾਂ ਕੋਲ ਮਸ਼ਵਰੇ ਲਾਜ਼ਮੀ ਲੈਂਦੇ ਸੀ। ਤੁਸੀਂ ਕੋਈ ਵੀ ਹਿਸਟਰੀ ਦੇਖ ਲਓਗੇ ਨਾ ਉਹਦੇ ਵਿੱਚ ਲਾਜ਼ਮੀ ਬਾਦਸ਼ਾਹ ਦੀ ਤੇ ਵਕਤ ਦਾ ਜਿਹੜਾ ਵਲੀ ਅੱਲਾ ਨਾ ਉਹਦੀ ਗੂੜੀ ਰਿਸ਼ਤੇਦਾਰੀ ਹੋਵੇਗੀ। ਗੂੜੀ ਰਿਸ਼ਤੇਦਾਰੀ ਤੋਂ ਮੁਰਾਦ ਹੈ ਕਿ ਉਹਨਾਂ ਦਾ ਅਕਸਰ ਜਿਹੜਾ ਨਾ ਉਹ ਮੇਲ ਜੋਲ ਹੋਵੇਗਾ, ਬੇਸ਼ੱਕ ਲੋਕਾਂ ਨੂੰ ਨਾ ਪਤਾ ਹੋਵੇ, ਲੇਕਿਨ ਅੰਦਰ ਖਾਨੇ ਜੋ ਵੀ ਗੱਲਬਾਤ ਮੁਲਕ ਦੇ ਵਿੱਚ ਚੱਲਦੀ ਹੋਵੇ ਦੀ ਵੀ ਉਹਦੇ ਵਿੱਚ ਲਾਜ਼ਮੀ ਉਹਨਾਂ ਦਾ ਹਿੱਸਾ ਲਾਜ਼ਮੀ ਹੁੰਦਾ। ਤਾਂ ਉਹਨਾਂ ਦੀ ਕੋਲੋਂ ਪੁੱਛ ਗਿੱਛ ਕੇ ਤਾਂ ਉਹ ਲੋਕ ਇੰਨੇ 100 ਸਾਲ ਜਿਹੜੇ ਨੇ ਘੁੰਮਤਾਂ ਵੀ ਕੀਤੀਆਂ ਔਰ ਬਿਲਕੁਲ ਇਮਾਨਦਾਰੀ ਨਾਲ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਗੁਜ਼ਾਰੀਆਂ। ਬਹਰਹਾਲ ਉੱਥੇ ਉਹ ਗਏ ਤੇ ਉੱਥੇ ਇੱਕ ਬਜ਼ੁਰਗਾਂ ਦੇ ਕੋਲੇ ਇੱਕ ਬੀਬੀ ਆਈ ਔਰ ਉਹ ਵੀ ਪਰਦੇ ਦੇ ਵਿੱਚ ਸੀ ਦੂਸਰੇ ਪਾਸੇ, ਤੇ ਇਹ ਬਾਦਸ਼ਾਹ ਵੀ ਇੱਧਰ ਬੈਠਾ ਸੀ। ਉਹਨਾਂ ਨੂੰ ਨਹੀਂ ਸੀ ਪਤਾ ਕਿ ਵੀ ਬਾਦਸ਼ਾਹ ਉਸ ਪਾਸੇ ਬੈਠਾ ਹੈ ਔਰ ਨਜਮੁਦੀਨ ਜਿਹੜਾ ਅਯੂਬ ਹੈ ਉਹ ਵੀ ਬੈਠਾ ਹੈ, ਉਸਮਾਨ ਸਾਹਿਬ ਵੀ ਬੈਠੇ ਨੇ। ਤੇ ਉਸ ਬਜ਼ੁਰਗ ਹਸਤੀ ਨੇ ਉਸ ਲੜਕੀ ਨੂੰ ਕਿਹਾ ਕਿ ਵੀ ਤੇਰੇ ਕੋਲ ਇੱਕ ਰਿਸ਼ਤਾ ਭੇਜਿਆ ਸੀ ਤੇ ਤੁਸੀਂ ਉਹਨਾਂ ਨੂੰ ਜਵਾਬ ਦੇ ਛੱਡਿਆ। ਉਸ ਲੜਕੀ ਨੇ ਕਿਹਾ ਕਿ ਉਹ ਮੇਰੇ ਮਿਆਰ ਦਾ ਨਹੀਂ ਸੀ। ਉਹਨਾਂ ਨੇ ਕਿਹਾ ਤੇਰਾ ਕੀ ਮਿਆਰ ਹੈ? ਉਹਨੇ ਕਿਹਾ ਮੇਰਾ ਮਿਆਰ ਹੈ ਕਿ ਬਈ ਮੇਰਾ ਜਿਹੜਾ ਮੀਆਂ ਹੈ, ਜਦੋਂ ਮੇਰੀ ਉਹਦੇ ਨਾਲ ਸ਼ਾਦੀ ਹੋਵੇ ਤੇ ਉਹਦੇ ਵਿੱਚੋਂ ਇੱਕ ਐਸੀ ਔਲਾਦ ਹੋਵੇ ਜਿਹਦੀ ਅਸੀਂ ਤਰਬੀਅਤ ਕਰੀਏ ਔਰ ਉਹ ਮੁਸਲਮਾਨਾਂ ਦੇ ਕਿਬਲਾ ਅਵਲ ਨੂੰ ਆਜ਼ਾਦ ਕਰੇ ਔਰ ਮੇਰਾ ਹੱਥ ਫੜੇ ਔਰ ਮੈਨੂੰ ਜੰਨਤ ਚ ਲੈ ਜਾਏ। ਲੈ ਲਫ਼ਜ਼ ਸੁਣਦਿਆਂ ਹੀ ਦੋਵੇਂ ਦੇ ਰੋਂਗਟੇ ਖੜੇ ਹੋ ਗਏ, ਬਾਦਸ਼ਾਹ ਦੇ ਵੀ ਔਰ ਜਿਹੜਾ ਅਯੂਬ ਸਾਹਿਬ ਉਹਨਾਂ ਦੇ ਵੀ। ਔਰ ਉਹਨਾਂ ਨੇ ਫੌਰੀ ਤੌਰ ਤੇ ਉਹ ਬਜ਼ੁਰਗ ਹਸਤੀ ਨੂੰ ਕਿਹਾ ਕਿ ਵੀ ਸਾਡੇ ਨਾਲ ਇਹਨਾਂ ਦੀ ਗੱਲ ਕਰਾਓ। ਉਹਨੇ ਕਿਹਾ ਠੀਕ ਹੈ। ਉਹਨਾਂ ਉਸ ਲੜਕੀ ਨੂੰ ਫਾਰਗ ਕੀਤਾ, ਉਹਨਾਂ ਨੂੰ ਕਿਹਾ ਕਿ ਵੀ ਠੀਕ ਹੈ ਤੁਸੀਂ ਜਾਓ। ਤੇ ਜਦੋਂ ਉਹ ਟੁਰ ਗਈ ਤੇ ਬਾਅਦ ਦੇ ਵਿੱਚ ਬਾਦਸ਼ਾਹ ਨੂੰ ਉਹਨਾਂ ਨੇ ਦੱਸਿਆ ਕਿ ਬਈ ਇਹ ਬਹੁਤ ਗਰੀਬ ਆਦਮੀ ਹੈ ਜਿਹਦੀ ਇਹ ਬੇਟੀ ਹੈ, ਇਹ ਪਿੰਡ ਦੇ ਨਾਲ ਉੱਥੇ ਦੇ ਰਹਿਣ ਵਾਲੇ ਨੇ ਲੇਕਿਨ ਇੰਤਹਾਈ ਗਰੀਬ ਹੈ, ਤੁਹਾਡੇ ਨਾਲ ਤੁਸੀਂ ਬਾਦਸ਼ਾਹ ਹੋ ਤੇ ਇਹ ਫਕੀਰ ਨੇ। ਉਹਨੇ ਕਿਹਾ ਜੋ ਵੀ ਹੋਵੇ ਲੇਕਿਨ ਲੜਕੀ ਦੀ ਜਿਹੜੀ ਸੋਚ ਹੈ
ਉਹ ਸਾਡੇ ਨਾਲ ਮੈਚ ਕਰਦੀ ਹੈ, ਲਿਹਾਜ਼ਾ ਤੁਸੀਂ ਰਿਸ਼ਤਾ ਇਹਨਾਂ ਕੋਲ ਭੇਜੋ। ਖੈਰ ਰਿਸ਼ਤਾ ਭੇਜਿਆ, ਉਹਨਾਂ ਨੇ ਕਿਹਾ ਠੀਕ ਹੈ, ਔਰ ਉਹਨਾਂ ਦੀ ਸ਼ਾਦੀ ਹੋ ਜਾਂਦੀ। ਉਹ ਸ਼ਾਦੀ ਹੋ ਜਾਂਦੀ ਹੈ। ਉਹ ਸ਼ਾਦੀ ਤੋਂ ਬਾਅਦ ਫਿਰ ਜਿਹੜੀ ਗੱਲ ਅਸੀਂ ਤੁਹਾਨੂੰ ਦੱਸਣ ਲਿਆ, ਜਿਹੜੀ ਤਰਬੀਅਤ, ਜਿਹੜਾ ਲਫ਼ਜ਼ ਪਹਿਲਾ ਯੂਜ਼ ਹੋਇਆ ਹੈ, ਜਿਹੜਾ ਪਹਿਲਾ ਇਸਤੇਮਾਲ ਹੋਇਆ ਹੈ ਕਿ ਬੱਚੇ ਦੀ ਤਰਬੀਅਤ ਕਦੋਂ ਹੋਣੀ ਚਾਹੀਦੀ। ਬੱਚੇ ਦੀ ਤਰਬੀਅਤ ਮਾਂ ਪਿਓ ਦੇ ਦਿਮਾਗ ਦੇ ਵਿੱਚ ਉਦੋਂ ਹੋਣੀ ਚਾਹੀਦੀ ਹੈ ਕਿ ਉਹਨਾਂ ਦੇ ਵਿੱਚੋਂ ਫਿਰ ਔਲਾਦ ਹੋਈ ਜਿਹਨੂੰ ਤੁਸੀਂ ਅੱਜ ਮੁਹੰਮਦ ਬਿਨ ਕਾਸਿਮ ਕਹਿੰਦੇ ਹੋ। ਉਹ ਫਿਰ ਮੁਹੰਮਦ ਬਿਨ ਕਾਸਿਮ ਦੀ ਜਿੰਨੀ ਹਿਸਟਰੀ ਹੈ, ਉਹ ਜਿੰਨੀ ਵੀ ਤੁਹਾਨੂੰ ਗੱਲਬਾਤ ਦਸੀ ਹੈ, ਉਹ ਤੁਹਾਡੇ ਤੋਂ ਭੁੱਲੀ ਕੋਈ ਨਹੀਂ ਆਵੀ। ਫਿਰ ਉਹ ਮੁਹੰਮਦ ਬਿਨ ਕਾਸਿਮ ਹੋਇਆ ਤੇ ਫਿਰ ਉਹਨੇ ਰਹਿੰਦੀ ਦੁਨੀਆ ਤੱਕ, ਅੱਜ ਤੱਕ ਹਰ ਬੰਦੇ ਨੂੰ ਪਤਾ ਹੈ ਕਿ ਮੁਹੰਮਦ ਬਿਨ ਕਾਸਿਮ ਦੇ ਜਿੰਨੇ ਵੀ ਸਮਝ ਲਓ ਕਿ ਜਿੰਨੀ ਥੋੜੀ ਜੀ ਉਮਰ ਦੇ ਵਿੱਚ ਉਹਨਾਂ ਨੇ ਕਿਤਨੇ ਬੜੇ ਬੜੇ ਕੰਮ ਕੀਤੇ। ਠੀਕ ਹੈ, ਇਸ ਵਾਸਤੇ ਜਿਹੜੀ ਤਰਬੀਅਤ ਹੁੰਦੀ ਹੈ ਨਾ, ਇਹ ਮਾਂ ਪਿਓ ਸਮਝ ਲਓ ਵੀ ਅਗਰ ਚਾਹੇ ਨਾ ਤੇ ਅਨਪੜ੍ਹ ਮਾਂ ਪਿਓ ਦੇ ਵੀ ਔਲਾਦ ਮੈਂ ਦੇਖੀ ਹੈ, ਡਾਕਟਰ, ਇੰਜੀਨੀਅਰ ਤੇ ਪ੍ਰੋਫੈਸਰ, ਤੇ ਪੜ੍ਹੇ ਲਿਖੇ ਬੰਦੇ ਵੀ ਹੋਵਣ, ਤੇ ਅਗਰ ਉਹਨਾਂ ਦੀ ਸੋਚ ਸਿਰਫ ਆਪਣੀ ਹੱਦ ਤੱਕ ਮਹਦੂਦ ਰਹੇ ਕਿ ਭਈ ਮੈਂ ਅਫੀਸਰ ਹਾਂ ਬਸ ਮੈਂ, ਤੇ ਫਿਰ ਉਹ ਬੱਚੇ ਉਹਨਾਂ ਦੇ ਕਈ ਖਵਿੱਡਲ ਹੁੰਦੇ, ਔਰ ਕਈ ਸਮਝ ਲਓ ਕਿ 10ਵੀਂ 'ਚੋਂ ਨੱਸਦੇ ਦੇਖੇ ਨੇ, ਤੇ ਕਈ ਤੰਦੂਰਾਂ 'ਤੇ ਰੋਟੀਆਂ ਲਾ ਕੇ ਤੇ ਮਜ਼ਦੂਰੀਆਂ ਕਰਕੇ ਵੀ ਉਹਨਾਂ ਦੀਆਂ ਬੇਟੀਆਂ ਔਰ ਬੇਟੇ ਡਾਕਟਰ ਔਰ ਇੰਜੀਨੀਅਰ ਔਰ ਬੜੀਆਂ ਬੜੀਆਂ ਪੋਸਟਾਂ 'ਤੇ ਪਹੁੰਚ ਜਾਂਦੇ ਨੇ। ਇਹ ਮਾਂ ਪਿਓ ਨੂੰ ਪਹਿਲੇ ਦਿਨ ਤੋਂ ਸਮਝ ਲਓ ਕਿ ਪੈਦਾ ਹੋਣ ਤੋਂ ਵੀ ਪਹਿਲਾਂ ਇਹ ਸੋਚਣਾ ਚਾਹੀਦਾ ਹੈ ਕਿ ਮੇਰੇ ਜਿਹੜੀ ਔਲਾਦ ਹੋਵੇਗੀ ਉਹਨੂੰ ਮੈਂ ਉਹਦਾ ਮੇਨ ਟਾਰਗੇਟ ਕੀ ਹੈ, ਕੀ ਬਣਾਉਣਾ ਹੈ, ਔਰ ਫਿਰ ਜੋ ਚਾਹੁੰਦੇ ਨੇ ਨਾ ਉਹ ਬੱਚਾ ਬਣ ਜਾਂਦਾ ਹੈ। ਕਿਉਂਕਿ ਮਾਂ ਪਿਓ ਦੇ ਉੱਤੇ ਡਿਪੈਂਡ ਕਰਦਾ, ਬੱਚੇ ਉੱਤੇ ਨਹੀਂ ਕਿ ਵੀ ਬੱਚਾ ਵੱਡਾ ਹੋਵੇਗਾ ਔਰ ਜਿਸ ਤਰ੍ਹਾਂ ਦਾ ਉਹਦਾ ਜ਼ੇਨ ਨਿਕਲੇਗਾ। ਇੱਥੇ ਬੜੇ ਬੜੇ ਨਲਾਇਕ ਬੰਦੇ ਨੇ ਜਿਹੜੇ ਤੁਸੀਂ ਹਿਸਟਰੀ 'ਚ ਜਾਣਦੇ ਵੀ ਹੋ ਕਿ ਜੇ ਅਗਰ ਉਹਨਾਂ ਦਾ ਨਾਂ ਲਈਏ ਕਿ ਜਿਨ੍ਹਾਂ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਸੀ, ਉਹ ਬਾਅਦ ਦੇ ਵਿੱਚ ਉਹਨਾਂ ਨੇ ਇਸ ਕਿਸਮ ਦੀਆਂ ਚੀਜ਼ਾਂ ਯਾਦ ਕੀਤੀਆਂ ਨੇ ਜਿਨ੍ਹਾਂ ਨੂੰ ਤੁਸੀਂ ਅੱਜ ਵੀ ਇਸਤੇਮਾਲ ਕਰਦੇ ਹੋ, ਤੇ ਤੁਸੀਂ ਉਹਨਾਂ ਦਾ ਨਾਂ ਯਾਦ ਰੱਖਦੇ ਹੋ ਕਿ ਵੀ ਇਹ ਉਸ ਬੰਦੇ ਨੇ ਬਣਾਈ ਸੀ ਜਿਹਨੂੰ ਬਚਪਨ ਦੇ ਵਿੱਚ ਮਾਸਟਰਾਂ ਨੇ ਸਕੂਲੋਂ ਕੱਢ ਛੱਡਿਆ ਸੀ। ਮਾਸਟਰਾਂ